ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਯਸ਼ਵੰਤੇ ਨਿਰਾਧਾਰ, ਧਾਮ ਪਹਿਲਾ ਗੁਰਪੁਰੇ ਮੇਰੇ ਪਿਤਾ ਦਸ਼ਮੇਸ਼, ਦਿਆਲ ਹੋਵੋ ਕਾਟੋ ਪਰਮ ਕਲੇਸਾ। ਸਿਮਰੇ ਨਾਮ ਤੁਮਾਰਾ ਮੇਰੇ ਸਾਹਿਬ ਜੀਓ, ਸੰਤ ਰੇਣ ਸਨਾਨ ਪਰ ਹਰੇ ਜੀਓ। ਗੁਰੂ ਪ੍ਰਸਾਦ ਸਿੰਘ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪ੍ਰਾਣ ਇਹ ਜੋ ਮਜਮਾਨਾ ਆਪਾਂ ਹੁਣੇ ਸਰਵਣ ਕੀਤਾ ਹੈ, ਗੁਰੂ ਮਹਾਰਾਜ ਦਰਸ਼ਨ ਦਾਸ ਜੀ ਦੀ ਮੁਬਾਰਕ ਰਚਨਾ ਹੈ। ਅਮੂਮਨ ਸਾਡੇ ਜਿਤਨੇ ਵੀ ਹਿੰਦੁਸਤਾਨ ਦੇ ਮਹਾਂਪੁਰਸ਼ ਰੂਹਾਨੀ ਰੰਗ ਦੇ ਵਿੱਚ ਜਿਹੜੇ ਰੰਗੇ ਹੋਏ ਹਨ, ਔਰ ਰੂਹਾਨੀਅਤ ਦਾ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਹੋਕਾ ਦਿੱਤਾ ਹੈ, ਦੇ ਰਹੇ ਹਨ ਔਰ ਦਿੰਦੇ ਰਹਿਣਗੇ। ਉਹਨਾਂ ਦੇ ਕਥਨ ਮੁਤਾਬਕ ਕੁੱਲ ਦੁਨੀਆ ਸਿਮਟ ਕਰਕੇ ਇੱਕ ਸਾਡੇ ਸਰੀਰ ਦੇ ਵਿੱਚ ਆ ਜਾਂਦੀ ਹੈ। ਕੁੱਲ ਸੰਸਾਰ ਜਗਤ ਦੀਆਂ ਰਹਿਮਤਾਂ, ਕਿਰਪਾ, ਬਰਕਤਾਂ ਜਿੱਥੇ ਇਹਦੇ ਅੰਦਰ ਨਜ਼ਰ ਆਉਂਦੀਆਂ ਹਨ, ਉਹ ਹੀਰੇ ਜਵਾਹਰਾਤਾਂ ਨਾਲ ਲੱਦੇ ਹੋਏ ਦਰਖਤ, ਉਹ ਰੋਸ਼ਨੀਆਂ, ਉਹ ਖੰਡ ਅਤੇ ਬ੍ਰਹਮੰਡ, ਉਹਨਾਂ ਦੇ ਨਾਲ ਨਾਲ ਇੱਕ ਚੀਜ਼ ਇਹਦੇ ਅੰਦਰ ਹੋਰ ਵੀ ਰੱਖੀ ਹੈ ਉਸ ਈਸ਼ਵਰ ਨੇ, ਉਸ ਪਰਮਾਤਮਾ ਨੇ, ਔਰ ਉਹ ਹੈ ਆਪਣਾ ਰੂਪ। ਗੁਰੂ ਮਹਾਰਾਜ ਦਰਸ਼ਨ ਦਾਸ ਜੀ ਫਰਮਾਇਆ ਕਰਦੇ ਸਨ ਕਿ ਜਿਹੜਾ ਸਾਡਾ ਸਰੀਰ ਹੈ, ਇਹ ਇੱਕ ਪਰਮਾਤਮਾ ਦੀ ਬਹੁਤ ਛੋਟੀ ਲੈਬੋਰਟਰੀ ਹੈ, ਇੱਕ ਬਹੁਤ ਛੋਟਾ ਸਮਝ ਲਓ ਐਸਾ ਸਥਾਨ ਹੈ। ਜੋ ਕੁਛ ਬਾਹਰ ਨਜ਼ਰ ਆਉਂਦਾ ਹੈ ਉਹ ਸਭ ਕੁਛ ਇਹਦੇ ਵਿੱਚ ਨਜ਼ਰ ਆ ਸਕਦਾ ਹੈ। ਜੋ ਕੁਛ ਬਾਹਰ ਮਿਲਦਾ ਹੈ ਜੀਵ ਇਹਦੇ ਵਿੱਚੋਂ ਪਾ ਸਕਦਾ ਹੈ। ਦਾਦੂ ਸਾਹਿਬ ਜੀ ਫਰਮਾਨ ਕਰਦੇ ਹਨ, ਜੋ ਬਰਮੰਡੇ ਸੋ ਪਿੰਡੇ, ਜੋ ਖੋਜੇ ਸੋ ਪਾਵੇ। ਤੋ ਸਭ ਤੋਂ ਜ਼ਿਆਦਾ ਮੁੱਖਤਾ ਹੈ ਜੋ ਚੀਜ਼, ਜੋ ਵਸਤ ਇਹਦੇ ਵਿੱਚ ਸਾਨੂੰ ਕੰਮ ਦੀ ਕਹਿ ਲਓ, ਮਹਿੰਗੀ ਕਹਿ ਲਓ, ਮਿਲਦੀ ਹੈ ਜਾਂ ਜਿਹੜੀ ਰਹਿੰਦੀ ਹੈ, ਜਿਹਦੀ ਲੋੜ ਹੈ, ਜਿਸ ਕਾਰਨ ਕਰਕੇ ਅਸੀਂ ਹਾਂ, ਉਹ ਹੈ ਸਾਡੀ ਆਤਮਾ, ਉਹ ਹੈ ਸਾਡੀ ਰੂਹ, ਉਹ ਹੈ ਸਾਡੀ ਸੋਲ। ਇਹਨੂੰ ਜੋੜਿਆ ਜਾਂਦਾ ਹੈ ਈਸ਼ਵਰ ਦੇ ਨਾਲ, ਪਰਮਾਤਮਾ ਦੇ ਨਾਲ, ਮਾਲਕ ਦੇ ਨਾਲ, ਉਸ ਗੋਡ ਦੇ ਨਾਲ। ਫਰਕ ਇਸ ਤਰ੍ਹਾਂ ਦਾ ਹੈ ਆਪਸ ਵਿੱਚ, ਜਿੱਦਾਂ ਇੱਕ ਸੋਨੇ ਦੀ ਇੱਟ ਹੋਵੇ ਔਰ ਦੂਸਰੇ ਪਾਸੇ ਇੱਕ ਸੋਨੇ ਦਾ ਕਿਣਕਾ ਹੋਵੇ। ਰੰਗ ਉਹੀ ਹੁੰਦਾ ਹੈ, ਉਹਦੀ ਕੁਆਲਿਟੀ ਉਹੀ ਹੁੰਦੀ ਹੈ। ਫਰਕ ਇਹ ਹੈ ਕਿ ਉਹ ਬਹੁਤ ਵੱਡੇ ਰੂਪ ਵਿੱਚ ਹੈ, ਉਹ ਬਹੁਤ ਛੋਟੇ ਸੂਖਸ਼ਮ ਰੂਪ ਦੇ ਵਿੱਚ ਹੈ। ਇਹ ਹੈ ਕਿ ਉਹਦੀ ਕੀਮਤ ਦਾ ਫਰਕ ਪੈ ਜਾਂਦਾ ਹੈ, ਉਹਦੀ ਕੁਆਂਟੀਟੀ ਦੇ ਮੁਤਾਬਕ, ਉਹਦੇ ਵੱਡੇ ਛੋਟੇ ਹੋਣ ਦੇ ਮੁਤਾਬਕ। ਤੋ ਸਾਹਿਬ ਹਮਾਰੇ, ਸਾਹਿਬ ਸਾਡੇ, ਗੁਰੂ ਮਹਾਰਾਜ ਸਾਡੇ, ਇਹ ਹਮੇਸ਼ਾ ਫਰਮਾਇਆ ਕਰਦੇ ਸਨ ਕਿ ਆਤਮਾ ਪਰਮਾਤਮਾ ਦਾ ਹਿੱਸਾ ਇਹ ਗਿਣਿਆ ਜਾਂਦਾ ਔਰ ਇਹ ਗੱਲ ਵੀ ਵਾਜਿਬ ਹੈ। ਕਰਾਈਸਟ ਸਾਹਿਬ ਨੇ ਵੀ ਇਹੋ ਹੀ ਕਹਿ ਕੇ ਸਾਨੂੰ ਸਮਝਾਇਆ ਸੀ ਕਿ ਸੋਲ ਇਜ਼ ਦਾ ਪਾਰਟ ਆਫ ਗੋਡ। ਔਰ ਇਹ ਵੀ ਕਿਹਾ ਸੀ, ਆਤਮ ਮੇਂ ਰਾਮ, ਰਾਮ ਮੇਂ ਆਤਮ, ਚੀਨਸ ਗੁਰ ਵਿਚਾਰਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਕਿਹਾ ਕਿ ਸਾਡੀ ਜਿਹੜੀ ਆਤਮਾ ਹੈ ਇਹ ਰਾਮ ਦੀ ਅੰਸ਼ ਹੈ, ਔਰ ਆਤਮਾ ਦੇ ਵਿੱਚ ਹੀ ਰਾਮ ਹੈ ਅਤੇ ਰਾਮ ਦੇ ਵਿੱਚ ਹੀ ਆਤਮਾ ਹੈ। ਤੋ ਇਹ ਵੀ ਕਿਹਾ ਕਬੀਰ ਸਾਹਿਬ ਨੇ, ਕਬੀਰ ਆਤਮ ਅੰਸ਼ ਰਾਮ ਕੀ, ਕਿ ਜਿਹੜੀ ਸਾਡੀ ਆਤਮਾ ਹੈ ਇਹ ਉਸ ਰਾਮ ਦੀ ਅੰਸ਼ ਹੈ, ਉਸ ਪਰਮਾਤਮਾ ਦੀ ਅੰਸ਼ ਹੈ।
ਇਹ ਵੀ ਕਿਹਾ ਗਿਆ ਕਿ ਆਤਮਾ ਤੋਂ ਹੀ ਪਰਮਾਤਮਾ ਪੈਰੋਂ ਸਦਾ ਸੁਹਾਗਣ। ਤੋ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਸੋਲ ਹੈ, ਜਿਹੜੀ ਸਾਡੀ ਆਤਮਾ ਹੈ, ਇਹ ਸਾਡੀ ਸਰੀਰ ਦੀ ਇੱਕ ਹਰਕਤ ਹੈ, ਇੱਕ ਸਾਡੇ ਸਰੀਰ ਦੀ ਬਰਕਤ ਹੈ। ਇਹਦੀ ਹਰਕਤ ਦੇ ਨਾਲ, ਉਹਦੇ ਦੀ ਬਰਕਤ ਦੇ ਨਾਲ ਅਸੀਂ ਤੁਰੇ ਫਿਰਦੇ ਹਾਂ, ਚੱਲਦੇ ਫਿਰਦੇ ਹਾਂ, ਖਾਂਦੇ ਪੀਂਦੇ ਹਾਂ, ਤੁਰਦੇ ਹਾਂ, ਸਭ ਕੁਝ ਕਰਦੇ ਹਾਂ। ਔਰ ਆਪਣੇ ਆਪ ਦੇ ਵਿੱਚ ਸਾਡੀ ਆਤਮਾ ਜਿਹੜੀ ਹੈ ਬਹੁਤ ਹੀ ਪਵਿੱਤਰ ਹੈ, ਬਹੁਤ ਸ਼ੁੱਧ ਹੈ, ਬਹੁਤ ਹੀ ਕਲੀਨ ਹੈ ਔਰ ਬਹੁਤ ਹੀ ਮੁਬਾਰਕ ਹੈ, ਬਹੁਤ ਸਾਫ ਸੁਥਰੀ ਹੈ, ਸੁੱਖਾਂ ਦੇ ਨਾਲ ਭਰੀ ਹੋਈ ਹੈ, ਰਹਿਮਤਾਂ ਦੇ ਨਾਲ ਭਰੀ ਹੋਈ ਹੈ। ਇਹਦੇ ਅੰਦਰ ਜੋ ਕੁਝ ਵੀ ਹੈ ਉਹ ਸਭ ਜੀਵ ਦੇ ਵਾਸਤੇ ਚੰਗੀਆਂ ਨਿਆਮਤਾਂ ਹਨ ਔਰ ਚੰਗੀਆਂ ਦਾਤਾਂ ਹਨ ਜੋ ਸਾਡੀ ਆਤਮਾ ਦੇ ਕੋਲ ਹੈ। ਤੋ ਸਾਹਿਬ ਫਰਮਾਨ ਕਰਦੇ ਹਨ ਕਿ ਇਸ ਆਤਮਾ ਦਾ ਜਿਹੜਾ ਸੰਬੰਧ ਬਣਿਆ ਪਿਆ ਹੈ ਉਹ ਸਾਡੇ ਸਰੀਰ ਦੇ ਨਾਲ ਹੈ। ਇਉਂ ਕਹਿ ਲਓ ਕਿ ਸਾਡਾ ਸਰੀਰ ਇੱਕ ਮਕਾਨ ਹੈ ਔਰ ਇਹਦੇ ਵਿੱਚ ਸਾਡੀ ਆਤਮਾ ਨਿਵਾਸ ਕਰਦੀ ਹੈ। ਔਰ ਇਹ ਜਿਹੜਾ ਸਰੀਰ ਸਾਨੂੰ ਮਿਲਿਆ ਹੈ ਇਹ ਕੋਈ ਆਖਰੀ ਸਰੀਰ ਨਹੀਂ ਹੈ, ਨਾ ਇਹ ਪਹਿਲਾ ਸਰੀਰ ਹੈ। ਇਸ ਤੋਂ ਪਹਿਲਾਂ ਵੀ ਅਨੇਕਾਂ ਪ੍ਰਕਾਰ ਦੇ ਸਰੀਰ ਇਸ ਆਤਮਾ ਨੇ ਧਾਰਨ ਕੀਤੇ ਹਨ, ਧਾਰਨ ਕਰਦੀ ਪਈ ਹੈ। ਔਰ ਅੱਗੇ ਵੀ ਅਗਰ ਕੋਈ ਉਪਰਾਲਾ ਨਾ ਕੀਤਾ, ਕੋਈ ਸਾਧਨ ਕੋ ਹਟਯੋਗ ਨਾ ਕੀਤਾ, ਤੋ ਵਨ ਸਵੰਨੇ ਸਰੀਰ, ਵਨ ਸਵੰਨੇ ਸਾਧਨ ਇਸ ਨੂੰ ਭੁਗਤਣੇ ਪੈਣਗੇ। ਔਰ ਉਸ ਹਾਲਤ ਨੂੰ ਇਸੇ ਤਰ੍ਹਾਂ ਦੇ ਨਾਲ ਬਿਆਨ ਕੀਤਾ ਜਾਂਦਾ ਕਿ ਜਿੱਦਾਂ ਇੱਕ ਜੱਦੀ ਪੁਸ਼ਤੀ ਕ੍ਰਿਮੀਨਲ ਬੰਦਾ ਹੋਵੇ। ਇੱਕ ਤੋਂ ਬੰਦਾ ਉਹ ਹੁੰਦਾ ਕਿ ਜ਼ਿੰਦਗੀ 'ਚ ਗਾਹੇ ਬਗਾਏ ਕਦੇ ਨਾ ਕਦੇ ਗਲਤੀ ਦੇ ਨਾਲ ਕੋਈ ਮਾੜਾ ਕਰਮ ਇੱਕ ਆਧ ਵਾਰਾ ਹੋ ਗਿਆ, ਜੇਲ੍ਹ ਚਲੇ ਗਏ, ਉੱਥੋਂ ਛੁਟਕਾਰਾ ਹੋ ਗਿਆ, ਉੱਥੋਂ ਉਸ ਨੂੰ ਸੋਝੀ ਮਿਲੀ, ਚੇਤ ਗਿਆ ਬੰਦਾ ਔਰ ਆਪਣੀ ਜ਼ਿੰਦਗੀ ਦੇ ਵਿੱਚ ਜਿੱਦਾਂ ਬਾਹਰ ਲਿਖਿਆ ਹੁੰਦਾ ਜੇਲ੍ਹ ਕਰ ਦੇ ਕਿ ਸੁਧਾਰ ਕਰ, ਆਪਣੀ ਜੀਵਨ ਦਾ ਸੁਧਾਰ ਕਰ ਲੈਂਦੇ ਨੇ ਕਈ, ਪਰ ਕਈ ਆਪਣੀਆਂ ਆਦਤਾਂ ਤੋਂ ਪੂਰੇ ਵਿਗੜੈਲ ਹੁੰਦੇ ਨੇ। ਜਿਹੋ ਜਿਹਾ ਘਰ ਉਹ ਜਿਹਾ 2 ਦਿਨ ਰੇਲ ਮੇ 2 ਦਿਨ ਜੇਲ੍ਹ ਮੇ। ਇੱਕ ਕੇਸ ਤੋਂ ਆਜ਼ਾਦੀ ਮਿਲਦੀ ਹੈ, ਉਹਨਾਂ ਨੂੰ ਛੁਟਕਾਰਾ ਮਿਲਦਾ ਹੈ, ਬਾਹਰ ਨਿਕਲਣ ਦੀ ਦੇਰ ਹੁੰਦੀ ਹੈ ਤੇ ਦੂਸਰੇ ਕੇਸ ਵਿੱਚ ਉਹਨਾਂ ਨੂੰ ਪੁਲਿਸ ਫੜ ਲੈਂਦੀ ਹੈ, ਕੈਦ ਕਰ ਲੈਂਦੀ ਹੈ ਔਰ ਫਿਰ ਜੇਲ੍ਹ ਹੋ ਜਾਂਦੀ ਹੈ। ਜੇਲ੍ਹ ਕੱਟਦੇ ਨੇ, ਸਜ਼ਾ ਭੁਗਤਦੇ ਨੇ, ਫਿਰ ਜੇਲ੍ਹ ਦੀ ਅਵਧੀ ਪੂਰੀ ਹੁੰਦੀ ਹੈ, ਸਜ਼ਾ ਦੀ ਅਵਧੀ ਪੂਰੀ ਹੁੰਦੀ ਹੈ, ਬਾਹਰ ਆ ਗਏ। ਬਾਹਰ ਆਏ ਅਜੇ 1-2 ਦਿਨ ਬੀਤਿਆ, ਪੁਲਿਸ ਦੀਆਂ ਹੱਥਕੜੀਆਂ ਫਿਰ ਉਹਨਾਂ ਦੇ ਵਾਸਤੇ ਤਿਆਰ ਹੁੰਦੀਆਂ ਨੇ, ਉਹਨਾਂ ਨੂੰ ਚੁੱਕ ਕਰਕੇ ਫਿਰ ਜੇਲ੍ਹ 'ਚ ਪਾ ਦਿੱਤਾ ਜਾਂਦਾ ਹੈ। ਔਰ ਉਹ ਜੇਲ੍ਹ ਦੇ ਕਮਰੇ ਅਲੱਗ-ਅਲੱਗ ਹੋ ਸਕਦੇ ਨੇ, ਇਹ ਨਹੀਂ ਕਿ ਹਰ ਵਾਰ ਇੱਕੋ ਹੀ ਕਮਰੇ 'ਚ ਹੀ ਜਾਂਦਾ ਹੈ। ਹੋ ਸਕਦਾ ਹੈ ਜੁਰਮ ਵੱਡਾ ਹੋਵੇ ਤੇ ਉਸ ਨੂੰ ਬੇੜੀਆਂ ਪੈਵਨ, ਕਾਲ ਕੋਠੜੀ ਦਿੱਤੀ ਜਾਵੇ। ਹੋ ਸਕਦਾ ਹੈ ਕਿ ਉਹਦਾ ਕ੍ਰਾਈਮ ਬਹੁਤ ਛੋਟਾ ਹੋਵੇ ਤੇ ਹਵਾਲਾਤ ਵਿੱਚ ਹੋਵੇ। ਹੋ ਸਕਦਾ ਹੈ ਮੀਡੀਅਮ ਕਿਸਮ ਦਾ ਹੋਵੇ ਤੇ ਉਹਦੇ ਮੁਤਾਬਕ ਉਸ ਨੂੰ ਰਹਿਣ ਨੂੰ ਥਾਂ ਦਿੱਤਾ ਜਾਵੇ ਜਾਂ ਸਜ਼ਾ ਦਿੱਤੀ ਜਾਵੇ। ਤੋ ਬਾਰ-ਬਾਰ ਜਨਮ ਲੈਣਾ ਔਰ ਬਾਰ ਜਨਮਾਂ 'ਚੋਂ ਨਿਕਲਣਾ, ਇਹੋ ਸਾਡੀ ਜ਼ਿੰਦਗੀ ਹੈ। ਔਰ ਸਰੀਰ ਸਾਡਾ ਜੜ ਹੈ ਔਰ ਇਹ ਆਤਮਾ ਸਾਡੀ ਚੇਤਨ ਹੈ। ਔਰ ਆਪਣੇ ਆਪ 'ਚ ਆਤਮਾ ਇਤਨੀ ਸੁੱਚੀ ਔਰ ਉੱਚੀ ਬਰਕਤਾਂ ਨਾਲ ਭਰੀ ਹੋਈ, ਪਾਕ ਪਵਿੱਤਰ ਦੇ ਸਰੀਰ ਦੇ ਬੰਧਨ ਦੇ ਵਿੱਚ ਕੈਦ ਹੋਈ ਹੈ। ਇਉਂ ਕਹਿ ਲਓ ਇਹਨਾਂ ਦੀ ਆਪਸ ਵਿੱਚ ਇੱਕ ਗੱਠ ਵੱਜੀ ਹੈ ਔਰ ਇਹ ਗੱਠ ਵੀ ਕੋਈ ਇਤਨੀ ਮਜ਼ਬੂਤ ਨਹੀਂ, ਇਤਨੀ ਕੋਈ ਪੱਕੀ ਨਹੀਂ। ਇਸ ਗੱਠ ਨੂੰ ਵੀ ਸਮਝ ਲਓ ਭਰਮਾਂ ਦੀ ਗੱਠ ਕਹਿ ਲਓ, ਅਗਿਆਨਤਾ ਦੀ ਗੱਠ ਕਹਿ ਲਓ, ਜਾਂ ਆਪਣੀ ਸੋਚ ਵਿਚਾਰਾਂ ਦੀ ਗੱਠ ਕਹਿ ਲਓ, ਜਿਹੜੀ ਇਹ ਬੱਝੀ ਪਈ ਆ। ਔਰ ਜਿਸ ਗਠੜੀ ਦੇ ਅੰਦਰ
ਸਾਡੀ ਆਤਮਾ ਜਿਹੜੀ ਹੈ ਇਹ ਕੈਦ ਹੋ ਕਰਕੇ ਰਹਿ ਜਾਂਦੀ ਹੈ। ਗੁਰੂ ਮਹਾਰਾਜ ਦਰਸ਼ਨਦਾਸ ਜੀ ਤੋਂ ਫਰਮਾਇਆ ਕਰਦੇ ਸੀ ਕਿ ਆ ਜਿਹੜਾ 70 ਚੌਂਕੜੀ ਯੁੱਗ ਇੱਕ ਲੱਤ 'ਤੇ ਔਰ 70 ਚੌਂਕੜੀ ਯੁੱਗ ਦੂਸਰੀ ਲੱਤ 'ਤੇ ਕਾਲ ਭਗਵਾਨ ਨੇ ਜੋ ਤਪ ਕੀਤਾ ਸੀ ਕਿਸੇ ਸਮੇਂ ਦੇ ਅੰਦਰ, ਤੋ ਉਸ ਦੇ ਉੱਪਰ ਪਰਮਾਤਮਾ ਬਹੁਤ ਖੁਸ਼ ਹੋਇਆ। ਖੁਸ਼ ਹੋ ਕੇ ਉਸਨੇ ਕਾਲ ਨੂੰ ਕੁਝ ਮੰਗਣ ਵਾਸਤੇ ਕਿਹਾ। ਕਾਲ ਨੇ ਉਹਦੇ ਪਾਸੋਂ ਰੂਹਾਂ ਮੰਗ ਲੀਆਂ, ਆਤਮਾਵਾਂ ਮੰਗ ਲੀਆਂ। ਆਤਮਾਵਾਂ ਮੰਗਣ 'ਤੇ ਈਸ਼ਵਰ ਨੇ ਉਸ ਨੂੰ ਦੇ ਦਿੱਤੀਆਂ ਔਰ ਨਾਲ ਹੀ ਕਾਲ ਭਗਵਾਨ ਨੇ ਵਰ ਲਿਆ ਈਸ਼ਵਰ ਦੇ ਕੋਲੋਂ, ਪਰਮਾਤਮਾ ਦੇ ਕੋਲੋਂ। ਤਾਂ ਮਹਾਰਾਜ ਫਰਮਾਉਂਦੇ ਨੇ ਕਿ ਮਾਲਕ ਦੇ ਕੋਲੋਂ ਰੂਹਾਂ ਲਈਆਂ ਉਸ ਕਾਲ ਨੇ ਔਰ ਕਿਹਾ ਕਿ ਹੇ ਈਸ਼ਵਰ ਪਰਮਾਤਮਾ, ਇਹ ਮੇਰੀ ਗਿਰਫਤ ਤੋਂ ਆਜ਼ਾਦ ਨਾ ਹੋ ਸਕਣ, ਇਹ ਨਿਕਲ ਨਾ ਸਕਣ। ਦੂਸਰਾ, ਜਿਹੜੇ ਵੀ ਹਾਲਾਤਾਂ ਵਿੱਚ ਮੈਂ ਇਹਨਾਂ ਨੂੰ ਰੱਖਾਂ ਉਹਨਾਂ ਹਾਲਾਤਾਂ ਦੇ ਵਿੱਚ ਰਹਿਣ, ਉਹੀ ਕੁਝ ਖਾਵਣ ਪੀਵਣ। ਔਰ ਤੀਸਰਾ ਇਹ ਹੈ ਕਿ ਇਹਨਾਂ ਨੂੰ ਮੇਰੇ ਪੰਜੇ 'ਚੋਂ ਆਜ਼ਾਦੀ ਨਹੀਂ ਮਿਲਣੀ ਚਾਹੀਦੀ ਔਰ ਇਹਨਾਂ ਨੂੰ ਆਪਣਾ ਪਿਛੋਕੜ ਜਿਹੜਾ ਹੈ ਉਹ ਯਾਦ ਨਹੀਂ ਹੋਣਾ ਚਾਹੀਦਾ। ਨਾ ਇਹਨਾਂ ਨੂੰ ਪਿਛੋਕੜ ਯਾਦ ਹੋਵੇ, ਨਾ ਮੇਰੇ ਪੰਜੇ ਤੋਂ ਆਜ਼ਾਦ ਹੋਣ ਔਰ ਮੇਰੀ ਗਿਰਫਤ ਦੇ ਵਿੱਚ ਜਿੱਦਾਂ ਮੈਂ ਚਾਹਾਂ ਉੱਦਾਂ ਇਹ ਸਮਾਂ ਬਤੀਤ ਕਰਨ। ਇਹ ਵਰ ਵੀ ਲੈ ਲਏ ਉਸਨੇ ਨਾਲ, ਜਿਸ ਤਰ੍ਹਾਂ ਹਰਨਾਕਸ਼ ਨੇ ਕਿਸੇ ਵੇਲੇ ਲਏ ਸੀ ਕਿ ਈਸ਼ਵਰ ਹੈ ਪਰਮਾਤਮਾ, ਤੂੰ ਬੰਦਗੀ 'ਤੇ ਖੁਸ਼ ਹੋ ਕੇ ਬੜੀਆਂ ਰਹਿਮਤਾਂ ਕੀਤੀਆਂ, ਬੜੀਆਂ ਬਖਸ਼ਿਸ਼ਾਂ ਕੀਤੀਆਂ, ਪਰ ਕੁਝ ਬਖਸ਼ਿਸ਼ਾਂ ਹੋਰ ਕਰ ਦੇ ਕਿ ਮੈਨੂੰ ਮੌਤ ਤੋਂ ਡਰ ਲੱਗਦਾ ਹੈ ਔਰ ਕੋਈ ਮਾਰੇ ਨਾ। ਤੋ ਇੱਦਾਂ ਕਰਕੇ ਨਾ ਮੈਨੂੰ ਕੋਈ ਆਸਮਾਨ 'ਤੇ ਮਾਰੇ, ਨਾ ਧਰਤੀ 'ਤੇ ਮਾਰੇ, ਨਾ ਅੰਦਰ ਮਾਰੇ, ਨਾ ਬਾਹਰ ਮਾਰੇ, ਨਾ ਸਵੇਰੇ ਮਾਰੇ, ਨਾ ਰਾਤ ਨੂੰ ਮਾਰੇ, ਨਾ ਕੋ ਅਸਤਰ ਨਾਲ ਮਾਰੇ, ਨਾ ਕੋ ਸ਼ਸਤਰ ਦੇ ਨਾਲ ਮਾਰੇ। ਸਾਰੇ ਤਰ੍ਹਾਂ ਦੇ ਵਰ ਲੈ ਲਏ ਔਰ ਨਿਸ਼ਚਿੰਤ ਹੋ ਗਿਆ। ਪਰ ਕਹਿੰਦੇ ਨੇ ਕਿ ਰੱਬ ਵੀ ਆਪਣੇ ਕੋਲ ਕੋਈ ਕੁੰਡੀ ਰੱਖਦਾ ਹੈ। ਪਰ ਜਦ ਉਸਨੇ ਅੱਤ ਚੁੱਕ ਲਈ ਤੇ ਜੋ ਕੁੰਡੀ ਰੱਬ ਨੇ ਆਪਣੇ ਕੋਲ ਰੱਖੀ ਸੀ, ਉਸਤਾਦ ਲੋਕ ਆਪਣੇ ਪਾਸ ਇੱਕ ਕੁੰਡੀ ਜ਼ਰੂਰ ਰੱਖਦੇ ਨੇ ਕਿ ਚੇਲੇ ਅੱਜ ਕੱਲ੍ਹ ਚੀਨੀ ਹੋ ਜਾਂਦੇ ਔਰ ਗੁਰੂ ਨੂੰ ਗੁੜ ਸਮਝ ਕਰਕੇ ਉਹਦੀ ਵੈਲਿਊ ਖੱਡਿਆਂ 'ਚ ਪਾ ਦਿੰਦੇ। ਉਹ ਫਿਰ ਆਪਣੇ ਹੱਥ ਦੇ ਵਿੱਚ ਐਸਾ ਕੁੰਡੀ, ਉਹ ਕਹਿ ਲਓ ਜਾਂ ਕੋੜਵੜ ਕਹਿ ਲਓ, ਰੱਖਦੇ ਨੇ ਕਿ ਜਿਹਦੇ ਨਾਲ ਆਪਣਾ ਜਿਹੜਾ ਸਥਾਨ ਹੈ ਉਸ ਨੂੰ ਬਰਕਰਾਰ ਰੱਖ ਸਕਣ। ਹਾਂ, ਕੋਈ ਪਿਆਰ ਦੇ ਨਾਲ, ਮੁਹੱਬਤ ਦੇ ਨਾਲ, ਆਪਣੇ ਕਾਰਿਆਸ਼ਾਲੀ ਦੇ ਨਾਲ ਜਾਂ ਆਪਣੀ ਕਰਤ ਵਿਦਿਆ ਦੇ ਨਾਲ ਜਾਂ ਗੁਰੂ ਦਾ ਦਿਲ ਜਿੱਤ ਕੇ ਉਹਦੇ ਹੁਕਮ ਦੇ ਵਿੱਚ ਰਹਿ ਕਰਕੇ, ਉਹਦੀ ਕਥਨੀ ਕਰਨੀ ਦੇ ਵਿੱਚ ਰਹਿ ਕੇ ਕੋਈ ਭਾਵੇਂ ਉਹਨਾਂ ਨੂੰ ਸਾਰੇ ਦਾ ਸਾਰਾ ਲੁੱਟ ਲਵੇ, ਉਹ ਆਪਣਾ ਆਪ ਲੁਟਾਉਣ ਵਾਸਤੇ ਤਿਆਰ ਹੁੰਦੇ ਨੇ। ਪਰ ਜਿੱਥੇ ਸ਼ੈਤਾਨੀ ਔਰ ਚਲਾਕੀ ਹੁੰਦੀ ਹੈ, ਗੁਰੂ ਨਾਨਕ ਘਰ ਕਹਿੰਦਾ ਕਿ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿੰਨਾ ਮਰਜ਼ੀ ਸਿਆਣਪਾਂ, ਚਤੁਰਾਈਆਂ, ਹੁਸ਼ਿਆਰੀਆਂ ਕਰੀ ਜਾਓ, ਈਸ਼ਵਰ ਦੇ ਘਰ, ਪਰਮਾਤਮਾ ਦੇ ਘਰ ਉਹ ਹੁਸ਼ਿਆਰੀਆਂ ਔਰ ਚਲਾਕੀਆਂ ਜਿਹੜੀਆਂ ਨੇ ਉਹ ਨਹੀਂ ਚੱਲਦੀਆਂ। ਭਾਵੇਂ ਕੋਈ ਪੁਰਾਤਨ ਕਹਾਣੀਆਂ ਚਾਹੁੰਦਾ ਹੈ ਕਿ ਮੌਤ ਤੋਂ ਡਰਦਾ ਮਾਰਾ, ਸੱਪ ਤੋਂ ਡਰਦਾ ਮਾਰਾ ਕਿ ਉਹ ਸੱਪ ਕੱਟ ਲਵੇਗਾ, ਪਾਣੀ ਦੇ ਅੰਦਰ ਕਿਸ਼ਤੀ ਦੇ ਅੰਦਰ ਬਹਿ ਗਿਆ ਕਿ ਸੱਪ ਨਹੀਂ ਆਵੇਗਾ। ਫੁੱਲ ਸੀਗੇ, ਪੂਜਾ ਕਰਨ ਲੱਗਾ, ਮਸਤਕ ਨੂੰ ਲਾਏ, ਤਛਕ ਨਾਗ ਜਿਹੜਾ ਸੀ ਉਹ ਫੁੱਲ ਦੇ ਵਿੱਚ ਇੱਕ ਸਮਝ ਲਓ ਕਿ ਕੀੜੀ ਬਣ ਕਰਕੇ ਬੈਠਾ ਸੀ। ਜਦ ਮਸਤਕ ਨੂੰ ਲਾਇਆ ਉਸਨੇ ਫੁੱਲਾਂ ਦਾ ਜਿਹੜਾ ਬਕਟ ਸੀ ਉਹਦੇ ਕੋਲ, ਤਾਂ ਤਸ਼ਕ ਨਾਗ ਆਪਣੇ ਰੂਪ ਵਿੱਚ ਆ ਕੇ ਉਹਦੇ ਮੱਥੇ ਦੇ ਵਿੱਚ ਡਸ ਲੈਂਦਾ ਹੈ ਔਰ ਉਸ ਨੂੰ ਮੌਤ ਦੇ ਦਿੰਦਾ ਹੈ। ਔਰ ਜਿਤਨੀ ਮਰਜ਼ੀ ਲੈ ਲੈਂਦਾ ਹੈ, ਹੁਸ਼ਿਆਰੀਆਂ, ਚਲਾਕੀਆਂ, ਹਰਨਾਕਸ਼
लेकिन परमात्मा ने जड़ी कुंडी रखी अपने पास, तो नरसिंह रूप बन के आ गए। सवेरे शाम की बजाय दोपहर ਨੂੰ आ गए। धरती आसमान की बजाय उन्हें लत्तां ते रख के मार दिता। अस्त्र शस्त्र की बजाय नौवां दे नाल कट दिता। सो कहण दा भाव यह है, अंदर बाहर की जगह उन्होंने अपनी दलीज दे विच बैठ करके उसका वध कर दिता। इसे तरह काल ने भी परमात्मा को वायदे ले कि ना मेरे चुंगल तो आज़ाद होवे, जिद्दां मैं रखा उद्दां रवे, और ना इसनों अपना पिछोकड़ याद होवे। तो काल भगवान ने वो रूहां जड़ियां सी वो अगे गांह दे दित्तियां। तो अगे दे दित्तियां, जिसले अगांह दिंदे दिंदे वो आ गईयां साडे मन दे कोल तीजे थां। मन नूं दे दित्तियां, तू चौकीदार है, और चौकीदार भी ऐसा कि तू समझ लो कि इहदा मालिक है। ये शरीर एक मकान है, इहदे अंदर आत्मा कैद है। तो तुरिया पद ने यह आख्या, जदों काल ने तुरिया पद नूं दे दित्तियां कि शरीर दे अंदर आत्मा रखती है, और जितने श्वास ने उतना चिर इतों आज़ादी इसनूं नहीं लैन देनी, और फिर इसनूं शरीरां दे चक्कर दे विच पा करके रखना है। मन भटकदा है दिन रात, शैतान बंदर की तरह, शैतान तोते की तरह। जिदा शैतान तोता और शैतान बंदर बार बार बंधन दे विच फस जाता है, इस तरह गठ बजी है इस शरीर दे अंदर साडे मन दी और आत्मा दी। मन घड़ी पल विच इंग्लैंड चल जाता, घड़ी पल विच घर चल जाता है, कारोबारां चला जाता है, अपने बाल बच्चों च तुर जाता है, अपन सोचां च तुर जाता है, अपन भुखां च तुर जाता है। रब दे घर रहिंदे भी लोग अपने घरां च रहिंदे ने, अपन सोचां च रहिंदे ने, अपने कम मन मतियां च रहिंदे ने। तो महाराज फरमान करते ने कि सारी चाल दे नाल की हुंदा है कि ये जिहड़े देह दे बंधन ने ये सानू आपस तंग करते ने, और ये देह दे बंधन बहुत समय तो साडे नाल ने, बहुत चिरां तो साडे नाल ने। तो भावें क्या है गुरु नानक करने कि जिन्हीं तुम भेजियो तिन्हें बुलायो, चीनस गुरु बेचारा राम। भावें उन्होंने क्या ही है कि जिन्हें तुहानू भेजा है, तुहानू बुलांदा है, तो चुपचाप करके उहदे घर तुसी चले जाओ, और आत्मा नू सुख मिलेगा, सारा काम मिलेगा। लेकिन ये बंधन ऐसा है, जिनका ग्रह तिन दिया ताला, कुंजी गुर सो पाई, लाख उपाव करे नहीं पावे बिन सतगुर शरनाई। ते महाराज कहते पहला गुरु बनावन दा लाभ कि बंदे नू एक बहुत वड्डी ए खूबी मिलती आत्मा नू कि आत्मा उभार विच आउंदी, कद कढ लैंदी, उच्ची होनी शुरू हो जाती, और उच्ची होने दे नाल उच्चे बैठे मालिक नू, दसवें द्वार बैठे मालिक नू मिलन दा उपराला करन लग पैंदी। जदों उपराला करन लग पैंदी, अज नहीं तो कल मिल जाएगी, कल नहीं तो परसों मिल जाएगी। तो गुरु जिहड़ा प्रसन्नता दिंदा है, आत्मा नू खुशी दिंदा है। जद अंदर खुशी का प्रगटावा हुंदा है तो चैन चक्कर ही बदल जाते। हुण च मुश्किल की है, उभार तो हुंदा है, आत्मा उठना चाहती है, पर पिछे एक संगल बजा है, एक रस्सा बजा है। जिद्दां तुसीं पौड़ियां चढ़ना चाहो, एक पौड़ी ते पैर रखिया, हुण दूजा पैर चुक के तुसीं तीजी पौड़ी ते रखना है। ते जे जमीन तुहाडा पैर ना छड्डे, या तुसी जमीन नू ना छड्डना चाहो, तो तीसरी पौड़ी ते नहीं चढ़ सकते। पिछले अड्डियां तो पैर चुकना पैंदा है और अगले ते रखना पैंदा है। ते जे किते पिथे फस गया किसी किल कांटे दे विच,
ਜਾਂ ਕਿਸੇ ਗੂੰਦ ਨਾਲ ਜੁੜਿਆ ਹੈ ਬੂਟ ਹੈ ਤੇ ਜ਼ਮੀਨ ਛੱਡਦਾ ਨਹੀਂ ਤੇ ਪੌੜੀ ਚੜੀ ਨਹੀਂ ਜਾਂਦੀ। ਇਹ ਜਿਹੜੇ ਬੰਧਨ ਨੇ ਜਦ ਤੱਕ ਕਿਸ਼ਤੀ ਨੂੰ ਲੱਗੇ ਨੇ, ਜਦ ਤੱਕ ਜਹਾਜ਼ ਨੂੰ ਲੱਗੇ ਨੇ ਰੱਸਿਆਂ ਦੇ ਰੂਪ ਦੇ ਵਿੱਚ, ਸੰਗਲ ਦੇ ਰੂਪ ਦੇ ਵਿੱਚ, ਜਦ ਤੱਕ ਉਹ ਬਾਹਰ ਵੱਜੇ ਕਿਨਾਰਿਆਂ ਤੇ ਜਹਾਜ਼ ਔਰ ਉਹ ਬੰਧਨ ਨਹੀਂ ਤੋੜੇ ਗਏ, ਜਿੰਨੀ ਮਰਜ਼ੀ ਇੰਜਣ ਚਲਾਓ, ਜਿੰਨਾ ਮਰਜ਼ੀ ਚੱਪੂ ਚਲਾਓ, ਰਾਤ ਨੂੰ ਚਲਾਓ, ਸਵੇਰੇ ਥੱਕੇ ਹਾਰੇ ਹੋਵੋ, ਸਵੇਰੇ ਸੂਰਜ ਚੜ੍ਹੇਗਾ ਦੇਖੋਗੇ ਕਿ ਜਹਾਜ਼ ਜਿੱਥੋਂ ਚੱਲਿਆ ਸੀ ਉੱਥੇ ਦਾ ਉੱਥੇ ਹੀ ਹੈ। ਆਦਤਾਂ ਸਾਡੀਆਂ ਉਹੋ ਹੀ। ਕੱਪੜੇ ਰਹਿਣ ਦਿਓ, ਕੱਪੜਿਆਂ ਦੇ ਵਿੱਚ ਕੋਈ ਸਾਧੂ ਨਹੀਂ ਹੁੰਦਾ। ਇਹ ਭੇਖ ਹੈ, ਸਿਰਫ ਪੇਸ਼ ਜਿਹਨੂੰ ਕਹਿੰਦੇ ਨੇ। ਪੁਲਿਸ ਦਾ ਆਪਣਾ ਪੇਸ਼ ਹੁੰਦਾ ਪਹਿਚਾਣ ਵਾਸਤੇ ਕਿ ਪੁਲਿਸ ਦਾ ਬੰਦਾ ਹੈ। ਮਿਲਟਰੀ ਦਾ ਆਪਣਾ ਪੇਸ਼ ਹੁੰਦਾ ਹੈ ਕਿ ਮਿਲਟਰੀ ਦਾ ਬੰਦਾ ਹੈ। ਸਕੂਲਾਂ ਦਾ ਆਪਣਾ ਪੇਸ਼ ਹੁੰਦਾ, ਵਰਦੀ ਹੁੰਦੀ ਕਿ ਇਹ ਫਲਾਣੇ ਸਕੂਲ ਦਾ ਬੱਚਾ ਹੈ। ਤੇ ਇੱਦਾਂ ਆ ਸੂਫੀ ਗੱਲਾਂ ਜਿੱਥੇ ਹੁੰਦੀਆਂ ਨੇ, ਸੂਫੀ ਮਤ ਦਾ ਸਕੂਲ ਹੁੰਦਾ, ਇਹ ਉਹਨਾਂ ਦੀ ਸਿਰਫ ਵਰਦੀ ਹੁੰਦੀ। ਇਹ ਵਰਦੀ ਨੂੰ ਨਾ ਸਮਝ ਲਓ ਕਿ ਪੜ੍ਹ ਲਿਖ ਗਏ ਨੇ। ਜਿਹੜਾ ਬੱਚਾ ਅਜੇ ਨਰਸਰੀ 'ਚ ਜਾਂਦਾ, KG 'ਚ ਜਾਂਦਾ, ਉਹ ਜਿਹੜੇ ਖਿਡੌਣਿਆਂ ਨਾਲ ਹੀ ਖੇਡਦਾ, ਉਹਨੂੰ ਵੀ ਤਾਂ ਵਰਦੀ ਪਾ ਕੇ ਭੇਜਦੇ ਹੋ। ਉਹ ਕਿਹੜਾ BA LLB ਪੜ੍ਹਿਆ ਹੁੰਦਾ? ਉਹਨੂੰ ਤਾਂ ਅਜੇ ਕੁੱਦਾ ਕੁੱਕੜ ਬਤਾਊਂ ਨਹੀਂ ਪਤਾ ਹੁੰਦਾ। ਉਹਨੂੰ ਤਾਂ ਅਜੇ ਬਹਿਣ ਦਾ ਨਹੀਂ ਪਤਾ ਹੁੰਦਾ ਕਿ ਮਾਸਟਰ ਵੱਲ ਮੂੰਹ ਕਰਕੇ ਬਹਿਣਾ ਕਿ ਪਿੱਛੇ ਨੂੰ ਬਹਿਣਾ। ਵਰਦੀਆਂ ਨੂੰ ਵੇਖ ਕੇ, ਇਹਨਾਂ ਨੂੰ ਵੇਖ ਕੇ ਨਾ ਧੋਖਾ ਖਾਇਆ ਕਰੋ। ਆਪਣੇ ਅੰਦਰ ਝਾਂਕਣ ਦੀ ਆਦਤ ਪਾਓ। ਅਗਲੇ ਦੇ ਅੰਦਰ ਝਾਂਕ ਕਰਕੇ ਤਾਂ ਵੇਖ ਸਕਦੇ ਹੋ। ਆਪਣੇ ਆਪ ਨੂੰ ਪਹਿਚਾਨਣ ਦੀ ਆਦਤ ਪਾਓ, ਫਿਰ ਅਗਲੇ ਦੇ ਅੰਦਰ ਝਾਂਕ ਕਰਕੇ ਵੇਖਿਆ ਜਾ ਸਕਦਾ ਹੈ ਕਿ ਇਹਦੇ ਅੰਦਰ ਦੀ ਅਵਸਥਾ ਕੀ ਹੈ। ਤੇ ਜੇ ਅੰਤਰ ਕਪਟ ਹੋਵੇ, ਆ ਕਈ ਨੇ ਉਹਨਾਂ ਨੇ ਆਪਣੀ ਮਿੱਤਰਤਾਈਆਂ ਬਣਾਈਆਂ ਸੰਗਤ 'ਚ। ਉਹਨਾਂ ਨੂੰ ਕਿਸੇ ਬਾਬੇ ਨਾਲ ਕੋਈ ਮਤਲਬ ਨਹੀਂ, ਮਹਾਰਾਜ ਨਾਲ ਕੋਈ ਮਤਲਬ ਨਹੀਂ, ਡੇਰੇ ਨਾਲ ਕੋਈ ਮਤਲਬ ਨਹੀਂ। ਜਿੱਥੋਂ ਮਤਲਬ ਹੱਲ ਹੋ ਸਕਦਾ, ਉਸ ਘਰ ਦਾ ਫੋਨ, ਉਸ ਘਰ ਦਾ ਐਡਰੈਸ, ਉਸ ਘਰ ਦੀ ਦੋਸਤੀ ਪੱਕੀ। ਤੇ ਅੰਗਰੇਜ਼ੀ 'ਚ ਇੱਕ ਲਫ਼ਜ਼, ਯੂ ਹੈਪੀ ਮੀ ਹੈਪੀ ਬੋਥ ਹੈਪੀ। ਨਾ ਆਪ ਗੁਰੂ ਨਾਲ ਜੁੜਨਾ, ਨਾ ਦੂਸਰੇ ਨੂੰ ਚੁਗਲੀਆਂ ਕਰਕੇ ਜੁੜਨ ਦੇਣਾ। ਤੇ ਨਾਰਾ ਕੀ? ਚਾਹ ਪੀ ਲਈ, ਬਿਸਕੁਟ ਖਾ ਲਿਆ, ਬਈ ਪੀਜ਼ਾ ਖਾ ਲਿਆ, ਯੂ ਹੈਪੀ ਮੀ ਹੈਪੀ ਬੋਥ ਹੈਪੀ, ਸੰਡੇ ਬਹੁਤ ਅੱਛਾ ਪਾਸ ਹੋ ਗਿਆ। ਮਨ ਮਤ ਮਿਲੇ ਸਾਥ ਤੇਰਾ ਤੋੜਾ, ਸਾਚ ਕਹੂੰ ਦਰਸ਼ਨ ਕहीं का न छोड़ा। ਮਨ ਮਤ ਨੇ ਆਪਣਾ ਕੰਮ ਕਰੀ ਜਾਣਾ। ਉਹ ਆਪ ਕੇ ਜਈ ਨਹੀਂ, ਗੱਲ ਕਰਨੋਂ ਰਹੀ ਨਹੀਂ। ਬਹੁਤੀਆਂ ਗੱਲਾਂ ਕਿਸ ਨੂੰ ਕਰਨੀਆਂ ਪੈਂਦੀਆਂ? ਜਿਹੜਾ ਝੂਠ ਤੇ ਖੜਾ ਹੈ। ਜਿਹੜਾ ਝੂਠ ਤੇ ਖੜਾ ਹੈ ਉਸਨੂੰ ਬਹੁਤ ਮਿਸਾਲਾਂ ਦੇਣੀਆਂ ਪੈਂਦੀਆਂ, ਉਹਨੂੰ ਬਹੁਤਾ ਗਾਲੜੀ ਬਣਨਾ ਪੈਂਦਾ। ਤੇ ਮਹਾਰਾਜ ਕਹਿੰਦੇ, ਇਹ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ। ਸੱਚੇ 'ਚ ਜਾ ਕਰਕੇ ਸਮਾਣਾ ਹੋਵੇ ਤੇ ਬੰਧਨ ਤੋੜਨੇ ਪੈਂਦੇ ਨੇ। ਉਹ ਸੰਗਲ, ਉਹ ਰੱਸੇ ਤੋੜਨੇ ਪੈਂਦੇ ਨੇ। ਉਹ ਆਦਤਾਂ ਛੱਡਣੀਆਂ ਪੈਂਦੀਆਂ ਨੇ। ਉਹ ਕਹਾਣੀਆਂ ਛੱਡਣੀਆਂ ਪੈਂਦੀਆਂ ਨੇ। ਔਰ ਇਹ ਬੰਧਨ ਕਿਹੜੇ ਨੇ? ਸਾਡੇ ਕਰਮਾਂ ਕਾਂਡਾਂ ਦੇ ਬੰਧਨ ਕਿਹੜੇ ਨੇ? ਆ ਜਿਹੜੇ ਅਸੀਂ ਭੁਗਤਦੇ ਪਏ ਆ। ਕਦੀ ਗਾਂ ਬਣੇ, ਕਦੀ ਮੱਝ ਬਣੇ, ਕਦੀ ਕੀੜਾ ਬਣੇ, ਕਦੀ ਮਕੌੜਾ ਬਣੇ, ਕਦੀ ਕੁਝ ਬਣੇ, ਕਦੀ ਕੁਝ ਬਣੇ। ਮਨ ਨੇ ਇੱਕ ਫੁਰਨਾ ਸੋਚਿਆ, ਮਨ ਨੇ ਇੱਕ ਆਸ ਰੱਖੀ, ਮਨ ਨੇ ਇੱਕ ਵਿਉਂਤ ਕੜੀ। ਇੱਕ ਵਿਉਂਤ ਦੇ ਨਾਲ ਇੱਕ ਜਨਮ ਨਹੀਂ ਹੁੰਦਾ, ਇੱਕ ਆਸ ਦੇ ਨਾਲ ਇੱਕ ਜਨਮ ਨਹੀਂ ਹੁੰਦਾ। ਫਾਰ ਐਗਜ਼ੈਂਪਲ, ਅਗਰ ਰਾਮਾਨੰਦ ਦੇ ਅੰਦਰ ਇਹ ਗੱਲ ਆ ਗਈ, ਜਿਸ ਤਰ੍ਹਾਂ ਚਲੋ ਉਹ ਤਾਂ ਮਹਾਂਪੁਰਸ਼ ਸੀ, ਚੇਲਾ ਵੀ ਉਹਨਾਂ ਦਾ ਮਹਾਂਪੁਰਸ਼ ਸੀਗਾ, ਉਹਨੇ ਤਾਂ ਆਪਣਾ ਕਿਰਪਾ ਨਾਲ ਕਰਮ ਕਰ ਲਿਆ। ਜਿਹੜਾ ਬੰਦਾ ਆਸ ਇੱਕ ਕਰ ਲਿਆ ਕਿ ਬੇਰ ਦੇ ਵਿੱਚ ਲੁੜੀ ਬਣ ਕੇ ਚਲਾ ਗਿਆ, ਜੇ ਪਿੱਛੇ ਕੋਈ ਨਾ ਸੰਭਾਲਣ ਵਾਲਾ ਹੁੰਦਾ ਤੇ ਇੱਕ ਲੁੜੀ ਜਿਹੜੀ ਹੈ, ਕਿਰਮ ਜਿਸ ਨੂੰ ਕਹਿ ਲਓ, ਇਹ ਤੇ
ਕਦੋਂ ਜਾ ਕਰਕੇ ਚੁਪਾਇਆ ਤਾਂ ਕਿਸ ਨੇ ਆਉਣਾ, ਕਦੋਂ ਮਨੁੱਖ ਬਣਨਾ। ਯਾਨੀ ਇੱਕ ਆਸ ਕਈਆਂ ਜਨਮਾਂ ਨੂੰ ਜਨਮ ਦਿੰਦੀ ਹੈ, ਲੱਖਾਂ ਕਰੋੜਾਂ ਹਜ਼ਾਰਾਂ ਜਨਮਾਂ ਨੂੰ ਜਨਮ ਦਿੰਦੀ ਹੈ। ਕਿੱਦਾਂ? ਇੱਕ ਆਸ ਇੱਕ ਬੀਜ ਹੁੰਦਾ, ਇੱਕ ਆਸ ਇੱਕ ਸਮਝ ਲਓ ਕਿ ਉਹਦੀ ਪੇਂਦ ਹੁੰਦੀ ਹੈ। ਇੱਕ ਬੀਜਤਾ, ਇੱਕ ਦਰਖਤ ਹੋ ਗਿਆ। ਦਰਖਤ ਨੂੰ ਕਿਤਨੇ ਬੀਜ ਲੱਗੇ, ਇੱਕ ਇੱਕ ਬੀਜ ਨੇ ਕਿਤਨੇ ਦਰਖਤ ਬਣਾਏ, ਉਹਨਾਂ ਨੂੰ ਕਿਤਨੇ ਬੀਜ ਲੱਗੇ। ਇਸ ਤਰ੍ਹਾਂ ਸਾਡੇ ਅੰਦਰ, ਤੁਹਾਡੇ ਮਨ ਦੇ ਅੰਦਰ ਜਦੋਂ ਇੱਕ ਆਸ ਮਾੜੀ ਜਾਂ ਚੰਗੀ ਕੋਈ ਵੀ ਪੈਦਾ ਹੁੰਦੀ ਹੈ, ਤੇ ਮਤ ਸੋਚੋ ਕਿ ਇੱਕ ਜਨਮ ਹੁੰਦਾ ਉਹਦੇ ਨਾਲ। ਕਹਿੰਦੇ ਜੈਸੀ ਆਸ ਤੈਸਾ ਵਾਸ। ਉਹ ਜਿਹਦੇ ਵਿੱਚ ਵਾਸ ਹੋ ਗਿਆ, ਅੱਗੇ ਕਿੱਧਰ ਨੂੰ ਜਾਣਾ। ਹੁਣ ਇਹ ਜਿਹੜਾ ਬੰਦਾ ਬੱਚਿਆਂ ਦੀ ਆਸ ਕਰੇਗਾ ਤੇ ਸੂਰ ਬਣੇਗਾ, ਸਾਲ 'ਚ 2-2 ਵਾਰਾਂ ਕੁਰਕ ਚਿੱਕੜ ਦੇ ਵਿੱਚ ਕਰਨਗੇ, ਉਹਨਾਂ ਦੇ ਪਿੱਛੇ ਕਿਹੜਾ ਗੁਰੂ ਹੈ? ਇਹ ਕਦੋਂ ਜਾ ਕਰਕੇ ਬੰਦਾ ਬਣੇਗਾ? ਇੱਕ ਆਸ ਇੱਕ ਜਨਮ ਨਹੀਂ ਦਿੰਦੀ, ਇੱਕ ਆਸ ਸੈਂਕੜਿਆਂ ਨੂੰ ਜਨਮ ਦਿੰਦੀ ਹੈ, ਹਜ਼ਾਰਾਂ ਜਾਮਿਆਂ ਨੂੰ ਜਨਮ ਦਿੰਦੀ ਹੈ, ਲੱਖਾਂ ਜਾਮਿਆਂ ਨੂੰ ਜਨਮ ਦਿੰਦੀ ਹੈ, ਕਰੋੜਾਂ ਜਾਮਿਆਂ ਨੂੰ ਜਨਮ ਦਿੰਦੀ ਹੈ। ਮੰਨ ਲਓ ਕੋਈ ਬੰਦਾ ਪਿੱਪਲ ਬਣ ਗਿਆ, ਪਹਿਲਾ ਜਾਮਾ ਹੈ 84 ਲੱਖ ਜਾਮੇ ਦਾ। ਇਹ ਪਿੱਪਲ, ਇਹ ਦਰਖਤ, ਇਹ ਅੰਬ ਦਾ ਦਰਖਤ, ਇਹ ਖਰਬੂਜੇ ਦੀ ਵੇਲ, ਇਹ ਕਦੋਂ ਮਨੁੱਖ ਬਣੇਗੀ? ਗੱਲ ਸਮਝ ਆਈ ਕਿ ਗੱਲ ਸਮਝੋਂ ਬਾਹਰ ਹੈ? ਇੱਕ ਆਸ ਇੱਕ ਜਨਮ ਨਹੀਂ ਦਿੰਦੀ, ਹਜ਼ਾਰਾਂ ਵੀ ਦੇ ਸਕਦੀ ਹੈ, ਸੈਂਕੜੇ ਵੀ ਦੇ ਸਕਦੀ ਹੈ, ਲੱਖਾਂ ਵੀ ਦੇ ਸਕਦੀ ਹੈ, ਕਰੋੜਾਂ ਵੀ ਦੇ ਸਕਦੀ ਹੈ। ਲੱਖਾਂ ਕਰੋੜਾਂ, ਉਹ ਗਾਂ ਤੋਂ ਗਾਂ ਫਿਰ ਵੱਧਦੇ ਚਲੇ ਜਾਂਦੇ। ਇਹ ਜੂਨਾਂ ਦਾ ਚੱਕਰ ਖਤਮ ਹੋਇਆ, ਫਿਰ ਜੂਨਾਂ ਆ ਗਈਆਂ, ਜੂਨਾਂ ਫਿਰ ਆ ਗਈਆਂ, ਜੂਨਾਂ ਫਿਰ ਚਲੇ ਗਈਆਂ। ਔਰ ਇਹ ਸਾਰਾ ਖੇਡ ਕਰਮਾਂ ਕਾਂਡਾਂ ਦਾ ਖੇਡ। ਔਰ ਕਰਮ ਕਰਦਾ ਜੀਵ ਗੁਰੂ ਘਰ 'ਚ ਵੀ, ਘਰ 'ਚ ਵੀ, ਕਾਰੋਬਾਰ ਦੇ ਸਿਲਸਿਲੇ 'ਚ ਵੀ, ਔਰ ਬਾਹਰ ਅੰਦਰ ਰਹਿੰਦਾ ਵੀ। ਸਰੀਰ ਤੋਂ ਨਹੀਂ ਕਰੇਗਾ ਤਾਂ ਮਨ ਤੋਂ ਕਰੇਗਾ, ਮਨ ਤੋਂ ਨਹੀਂ ਕਰੇਗਾ ਤਾਂ ਸੋਚਾਂ ਨਾਲ ਕਰੇਗਾ। ਤੇ ਜਿਹੜੇ ਕਰਮ ਨੇ, ਗੁਰੂ ਮਹਾਰਾਜ ਦਰਸ਼ਨਦਾਸ ਜੀ ਫਰਮਾਉਂਦੇ ਨੇ, ਇਹ 3 ਤਰ੍ਹਾਂ ਦੇ ਹੁੰਦੇ ਨੇ, 3 ਤਰ੍ਹਾਂ ਦੇ। ਜਦੋਂ ਬੰਦਾ ਮਨ ਤੋਂ ਉਤਰ ਜਾਂਦਾ ਗੁਰੂ ਦੇ, ਕੋਈ ਰਸਤਾ ਨਹੀਂ ਹੁੰਦਾ ਅੱਗੇ। ਇੱਕ ਕਰਮ ਹੁੰਦੇ ਨੇ ਸੰਚਿਤ ਕਰਮ। ਸੰਚਿਤ ਕਰਮ ਭਾਵ ਜਿਹੜੇ ਸਾਡੇ ਪਿੱਛੇ ਭੰਡਾਰ ਭਰਿਆ ਪਿਆ, ਮਾੜੇ ਕਰਮਾਂ ਦਾ, ਚੰਗੇ ਕਰਮਾਂ ਦਾ, ਪੁੰਨ ਕਰਮਾਂ ਦਾ, ਮਾੜੇ ਕਰਮਾਂ ਦਾ। ਪੁੰਨ ਕਰਮ ਭੋਗਣ ਵਾਸਤੇ ਵੀ ਸਾਨੂੰ ਜਾਮਾ ਲੈਣਾ ਪਏਗਾ, ਮਾੜੇ ਕਰਮ ਭੁਗਤਣ ਵਾਸਤੇ ਵੀ ਸਾਨੂੰ ਜਾਮਾ ਲੈਣਾ ਪਵੇਗਾ, ਸਰੀਰ ਲੈਣਾ ਪਵੇਗਾ। ਫਰਕ ਕਿਤਨਾ ਹੈ? ਪੁੰਨ ਕਰਮ ਭੁਗਤਣ ਲਈ ਆਵਾਂਗੇ ਤੇ ਅਮੀਰ ਘਰ ਆ ਜਾਵਾਂਗੇ, ਪੜ੍ਹੇ ਲਿਖੇ ਘਰ ਆ ਜਾਵਾਂਗੇ। ਮਾੜੇ ਕਰਮ ਭੁਗਤਣ ਲਈ ਜਾਮਾ ਲਿਆ ਤੇ ਬਿਮਾਰੀਆਂ ਭੁਗਤਣ ਆ ਜਾਵਾਂਗੇ, ਦੁੱਖ ਭੁਗਤਣ ਆ ਜਾਵਾਂਗੇ, ਜੇਲਾਂ ਭੁਗਤਣ ਆ ਜਾਵਾਂਗੇ। ਤੇ ਸੁੱਖ ਤੇ ਦੁੱਖ, ਮਾੜੇ ਤੇ ਚੰਗੇ ਕਰਮਾਂ ਦੇ ਮੁਤਾਬਕ ਜਾਮਾ ਮਿਲਿਆ। ਕਦੇ ਸੁੱਖ ਆ ਗਿਆ, ਕਦੇ ਦੁੱਖ ਆ ਗਿਆ, ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ। ਉਹ ਸੰਚਿਤ ਕਰਮ। ਇੱਕ ਹੁੰਦੇ ਨੇ ਪ੍ਰਾਰਬਧ ਕਰਮ, ਔਰ ਇੱਕ ਕਿਰਿਆਮਿਤ ਕਰਮ ਤੀਸਰੇ। ਸੰਚਿਤ ਜਿਹੜੇ ਉੱਥੇ ਜਮ੍ਹਾਂ ਨੇ, ਜਿੱਦਾਂ ਸਾਡਾ ਬੈਂਕ ਬੈਲੈਂਸ ਜਮ੍ਹਾਂ ਹੈ। ਪ੍ਰਾਰਬਧ ਕਰਮ ਕਿਹੜੇ? ਆ ਜਿਹੜੇ ਤੁਸੀਂ ਭੁਗਤਦੇ ਪਏ ਹੋ, ਅਸੀਂ, ਤੁਸੀਂ,
ਕਿਸੇ ਵੀ ਜਾਮੇ 'ਚ ਆ ਕੇ ਜੋ ਕੁਝ ਭੁਗਤਦੇ ਪਏ ਆ, ਜੋ ਕੁਝ ਭੁਗਤਾਨ ਹੋ ਰਿਹਾ ਹੈ, ਇਹ ਜੋ ਪ੍ਰਾਰਬਧ ਕਰਮ ਮਿਲੇ ਸਾਨੂੰ ਭੁਗਤਾਨ ਕਰਨ ਲਈ, ਉਹ ਭੁਗਤਦੇ ਪਏ ਆ। ਔਰ ਜਿੱਦਣ ਉਹ ਪ੍ਰਾਰਬਧ ਕਰਮ ਖਤਮ ਹੋ ਜਾਣੇ, ਗੱਲ ਸਮਝੋ ਧਿਆਨ ਨਾਲ, ਉਸ ਖਜ਼ਾਨੇ ਚੋਂ ਫਿਰ ਸੰਚਿਤ ਖਜ਼ਾਨੇ ਤੋਂ ਪ੍ਰਾਰਬਧ ਕਰਮ ਦੀ ਪੂੰਜੀ ਫਿਰ ਮਿਲ ਜਾਣੀ। ਪਹਿਲੇ ਦਿਨ ਜਦੋਂ ਮਾਤ ਗਰਭ 'ਚ ਅਸਾਂ ਪੈਰ ਰੱਖਣਾ ਕਿ ਹੁਣ ਇਹ ਭੁਗਤ ਜਾ ਕੇ, ਇੰਨੇ ਸੁੱਖ ਇੰਨੇ ਦੁੱਖ, ਇੰਨਾ ਚੰਗਾ ਭੁਗਤ ਇੰਨਾ ਮਾੜਾ ਭੁਗਤ। ਜਦੋਂ ਉਹ ਭੁਗਤਾਨ ਹੋ ਗਿਆ, ਸਰੀਰ ਛੱਡਤਾ, ਸਰੀਰ ਕੋਈ ਵੀ ਹੋਵੇ, ਕੀੜੇ ਮਕੌੜੇ ਪਸ਼ੂ ਪਰਿੰਦੇ ਬੰਦੇ ਦਾ, ਰਾਮ ਨਾਮ ਸੱਤ ਹੋ ਗਈ, ਅਗਲਾ ਜਾਮਾ ਤਿਆਰ। ਤੇ ਪਹਿਲੇ ਦਿਨ ਜਿੱਦਣ ਮਾਤ ਗਰਭ 'ਚ ਪ੍ਰਵੇਸ਼ ਕੀਤਾ, ਉਹ ਪੂੰਜੀ ਮਿਲ ਗਈ ਕਿ ਇਹ ਲੈ ਜਾ ਕੇ ਇਸਤੇਮਾਲ ਕਰ, ਇਹ ਭੁਗਤ ਕੇ ਆ। ਤੇ ਜਦੋਂ ਕੋਈ ਵੀ ਜਾਮਾ ਆ ਜਾਂਦਾ ਧਰਤੀ ਤੇ, ਕੀੜੇ ਮਕੌੜੇ ਪਸ਼ੂ ਪਰਿੰਦੇ ਬੰਦੇ ਦਾ, ਉਹ ਫਿਰ ਵਰਤਮਾਨ 'ਚ ਵੀ ਤੇ ਕਰਮ ਕਰਦਾ ਹੈ ਨਾ, ਪ੍ਰੈਜੈਂਟ ਵਿੱਚ ਵੀ ਤੇ ਕਰਮ ਕਰਦਾ ਨਾ। ਇਹ ਜਿਹੜੇ ਕਰਮ ਕਰਦਾ, ਇਹ ਫਿਰ ਜਿਹੜੀ ਪਿੱਛੇ ਸਾਡਾ ਖਜ਼ਾਨਾ ਭਰਿਆ ਸੰਚਿਤ ਕਰਮਾਂ ਦਾ, ਉਹਦੇ 'ਚ ਜਮ੍ਹਾਂ ਹੋ ਜਾਂਦੇ ਨੇ। ਜੇ ਨਹੀਂ ਗੱਲ ਸਮਝ ਆਈ ਤੇ ਮੰਨ ਲਿਆ ਜਾਵੇ ਕਿ ਕਿਸੇ ਬੰਦੇ ਦੇ ਬੈਂਕ 'ਚ ਬਹੁਤ ਪੈਸੇ ਨੇ, ਬਹੁਤ ਪੈਸੇ, ਹਰ ਮਹੀਨੇ ਜਾਂਦਾ 1000 ਰੁਪਇਆ ਕਢਾ ਲਿਆਉਂਦਾ, ਮਹੀਨੇ ਦਾ ਖਰਚ, ਇੱਕ ਮਹੀਨੇ ਨੂੰ 1 ਜੂਨ ਲਾ ਲਓ, ਸੰਚਿਤ ਬੈਂਕ 'ਚ ਜਮ੍ਹਾਂ ਖਜ਼ਾਨਾ 1000 ਰੁਪਇਆ ਕੱਢ ਲਿਆ, ਪ੍ਰਾਰਬਧ ਕੱਢ ਲਿਆ, ਤੇ ਪੂਰਾ ਮਹੀਨਾ ਉਸ ਨੂੰ ਖਰਚ ਕੀਤਾ। ਕੁਝ ਪੈਸਾ ਸ਼ਰਾਬਾਂ ਕਬਾਬਾਂ ਤੇ ਲੱਗ ਗਿਆ, ਲੜਾਈ ਝਗੜੇ ਹੋ ਗਏ, ਜੇਲ੍ਹ ਤੱਕ ਚਲੇ ਗਏ, ਥਾਣਿਆਂ 'ਚ ਚਲੇ ਗਏ, ਕੁਝ ਬੱਚਿਆਂ ਦਾ ਖਰਚਾ ਕਰ ਲਿਆ, ਖੁਰਾਕ ਖਾ ਲਈ, ਦੁੱਧ ਪੀ ਲਿਆ, ਖੁਰਾਕਾਂ ਖਾ ਲਈਆਂ, ਕਈਆਂ ਨੇ ਉਸੇ ਪੈਸੇ ਦੀਆਂ ਫਿਲਮਾਂ ਵੇਖ ਲਈਆਂ, ਰਾਤ ਜਾਗ ਗਏ ਤੇ ਅੱਖਾਂ ਇੱਦਾਂ ਦੀਆਂ ਬਣਾ ਲਈਆਂ। ਪੈਸਾ ਸੁੱਖ ਵੀ ਤੇ ਦਿੰਦਾ, ਪੈਸਾ ਦੁੱਖ ਵੀ ਦਿੰਦਾ, ਸਹੂਲਤਾਂ ਸੁੱਖ ਵੀ ਦਿੰਦੀਆਂ ਨੇ, ਸਹੂਲਤਾਂ ਦੁੱਖ ਵੀ ਦਿੰਦੀਆਂ ਨੇ। ਆਦਮੀ ਜਿੱਦਾਂ ਇਸਤੇਮਾਲ ਕਰਦਾ, ਜਿੱਦਾਂ ਦੇ ਉੱਤੇ ਚੱਲਦਾ। ਫਿਰ 1000 ਰੁਪਇਆ ਉਹਨੇ ਕਢਾਇਆ, ਉਸ ਮਹੀਨੇ ਦੀ ਜੂਨ ਵਾਸਤੇ ਖਰਚ ਲਿਆ। ਫਿਰ ਕਮਾਈ ਵੀ ਤਾਂ ਕਰਦਾ ਆਦਮੀ, ਕੰਮ ਧੰਦਾ ਵੀ ਤਾਂ ਕਰਦਾ ਹੈ ਨਾ। ਤੋ ਹਰ ਆਦਮੀ ਜਾਣਦਾ ਹੈ ਕਿ ਮਹੀਨੇ ਦੇ ਖਰਚ ਨਾਲੋਂ ਤਨਖਾਹ ਜ਼ਿਆਦਾ ਹੁੰਦੀ, ਮਹੀਨੇ ਦੀ ਕਮਾਈ ਜ਼ਿਆਦਾ ਹੁੰਦੀ। ਉਹ ਬੈਂਕ 'ਚ ਪਾਉਂਦਾ, 1000 ਕਢਾਇਆ ਸੀ ਤੇ 5000 ਜਮ੍ਹਾਂ ਕਰਾਤਾ, ਉਹ 'ਚ ਚੰਗਾ ਜਾਂ ਮਾੜਾ, 10 ਆਨਾ ਦੀ ਕਿਰਤ ਦਾ ਜਾਂ ਰਿਸ਼ਵਤ ਦਾ ਜਾਂ ਬੇਈਮਾਨੀ ਦਾ, ਉਹ 'ਚ ਜਮ੍ਹਾਂ ਕਰਾਤਾ। 1000 ਕਢਾਇਆ ਸੀ, 5000 ਜਮ੍ਹਾਂ ਕਰਾਤਾ, ਤੇ 4000 ਵੱਧ ਗਿਆ ਪਿੱਛੇ। ਇਹ 1000 ਭੁਗਤਣਾ ਸੀ, ਤੇ ਕਈ ਵਾਰੀ 1000 ਪੂਰਾ ਖਰਚ ਨਹੀਂ ਹੁੰਦਾ, ਬਚਿਆ ਰਹਿ ਜਾਂਦਾ। ਤੇ ਕਈਆਂ ਨੂੰ ਜਿਹੜਾ ਪ੍ਰਾਰਬਧ ਸੁੱਖ ਔਰ ਦੁੱਖ ਭੁਗਤਣ ਨੂੰ ਮਿਲੇ ਨੇ, ਕਈ ਦੁੱਖ ਨਹੀਂ ਭੁਗਤਦੇ। ਦਵਾਈਆਂ ਲੈ ਕੇ ਠੀਕ ਕਰ ਲਓ, संता महात्मा को ले लो, जल को धागा को, संता महात्मा को तुई धागा लिया के को विभूति ली के कुछ लिया, किसी को अपना कीता करा के दुख दूर ते पाता। ਜਾਂ संता महात्मा ने कहा कि तू जान, तेरा कम जाने, जी बीमारी है सानू नहीं पता, तेरे घर आते हैं, तेरे डेरे आते हैं, नाम लिया हमको दुख क्यों होता है। उन्होंने चुकाता, वो तो गुरु ने चुक लिया, भुगतना तुसां सीगा। वो 1000 भी ना खर्चा, 1000 भी ना भुगतिया,
ਤੇ 5000 ਕਮਾ ਕੇ ਸੰਚਿਤ ਖਾਤੇ 'ਚ ਫਿਰ ਜਮ੍ਹਾਂ ਕਰ ਦਿੱਤਾ। ਉਹ ਜਿਹੜਾ ਸੰਚਿਤ ਖਾਤਾ ਹੈ, ਧਿਆਨ ਨਾਲ ਸੁਣਿਓ, ਪਿੱਛੇ ਕਿਹਾ ਸੀ ਉੱਪਰ ਕਿ ਇੱਕ ਸੋਚ ਇੱਕ ਬੀਜ ਹੈ ਜਿਹੜੀ ਹਜ਼ਾਰਾਂ ਨੂੰ, ਲੱਖਾਂ ਨੂੰ, ਕਰੋੜਾਂ ਨੂੰ ਜਨਮ ਦਿੰਦੀ ਹੈ। ਲੱਖਾਂ ਕਰੋੜਾਂ ਨੂੰ ਜਨਮ ਦਿੰਦੀ ਹੈ। ਤੇ ਇੱਕ ਕਰਮ, ਇੱਕ ਮਾੜੀ ਆਦਤ, ਇੱਕ ਸੁਭਾਅ ਇਸ ਮਨੁੱਖ ਜਾਮੇ ਸਾਨੂੰ ਤਿਲਕਾ ਦੇਵੇ। ਇਸ ਪੌੜੀ ਤੇ ਜੋ ਨਰ ਚੂਕ ਕੇ ਸੋ ਆ ਜਾਏ ਦੁੱਖ ਪਾਂਦੇ, ਜਿਹੜੀ ਤਿਲਕਾ ਦਿੰਦੀ ਹੈ। ਪਤਾ ਨਹੀਂ ਉਸਨੇ ਸੈਂਕੜੇ ਜਨਮ ਪਿੱਛੇ ਸੁੱਟਤਾ ਕਿ ਲੱਖਾਂ ਜਨਮ ਪਿੱਛੇ ਸੁੱਟਤਾ ਕਿ ਕਰੋੜਾਂ ਜਨਮ ਪਿੱਛੇ ਸੁੱਟਤਾ। ਤੇ ਇਸ ਕਰਕੇ ਕਹਿੰਦੇ ਗੁਰੂ ਦਾ ਪਹਿਲਾ ਮਿਲਣਾ ਤੁਹਾਡੀ ਆਤਮਾ ਨੂੰ ਉਭਾਰ ਦਿੰਦਾ, ਤਾਕਤ ਦਿੰਦਾ, ਸ਼ਕਤੀ ਦਿੰਦਾ, ਔਰ ਦੂਸਰਾ ਬੰਧਨ ਕੱਟ ਦਿੰਦਾ। ਆ ਜਿਹੜੀ ਇੱਕ ਸੋਚ ਲੱਖਾਂ ਕਰੋੜਾਂ ਨੂੰ ਜਨਮ ਦਿੰਦੀ ਹੈ, ਲੱਖਾਂ ਕਰੋੜਾਂ ਜਾਮੇ ਦਿੰਦੀ ਹੈ। ਇਹ ਫਿਰ ਕੀ ਹੁੰਦਾ? ਸੰਚਿਤ ਕਰਮ ਘਟਦੇ ਜਾਂਦੇ ਨੇ ਤੇ ਜਿਹੜੀ ਕਮਾਈ ਉਧਰ ਜਾਂਦੀ ਹੈ ਤਾਂ ਚੰਗੀ ਜਾਂਦੀ ਹੈ। ਮੁਕਤ ਕੀ ਹੁੰਦਾ? ਜਦੋਂ ਲੈਣਾ ਦੇਣਾ ਮੁੱਕ ਜਾਵੇ, ਆਣਾ ਜਾਣਾ ਖਤਮ ਹੋ ਜਾਵੇ, ਖਰਚ ਪੱਠਾ ਖਤਮ ਹੋ ਗਿਆ ਤੇ ਬਾਜ਼ਾਰ ਜਾਣਾ ਨਹੀਂ ਬੰਦ ਹੋ ਜਾਂਦਾ ਤੁਹਾਡਾ। ਪੱਲੇ ਨਹੀਂ ਧੇਲਾ ਕਰਦੀ ਹੈ ਮੇਲਾ ਮੇਲਾ, ਪੱਲੇ ਹੋਵੇ ਤੇਲਾ ਤਾਂ ਹੀ ਧੇਲਾ ਤਾਂ ਹੀ ਉਹ ਚੰਗਾ ਲੱਗੇ ਮੇਲਾ। ਸੁਖ ਔਰ ਦੁੱਖ ਪ੍ਰਾਰਬਧ ਜਿਹੜੇ ਨੇ, ਜਦੋਂ ਪੂਰਾ ਕੰਮ ਹੋ ਜਾਂਦਾ ਉਦੋਂ ਸਰੀਰ ਨਟਾਲ ਜਾ ਜਾਂਦਾ। ਤੋ ਜਿਹੜੇ ਇੱਕ ਸੋਚ ਮਾੜੀ ਆ ਗਈ ਕਿਧਰੇ, ਚੰਗੀ ਆ ਗਈ ਕਿਧਰੇ, ਇੱਕ ਜਾਮੇ ਨੂੰ ਹੀ ਜਨਮ ਨਹੀਂ ਦਿੰਦੀ। ਸਾਧ ਸੰਗਤ ਜੀਓ, ਸੈਂਕੜੇ ਲੱਖਾਂ ਹਜ਼ਾਰਾਂ ਕਰੋੜਾਂ ਜਾਮਿਆਂ ਨੂੰ ਜਨਮ ਦਿੰਦੀ। ਇਤਨਾ ਵਿਛੋੜਾ ਪੈ ਜਾਂਦਾ। ਔਰ ਰੱਬ ਇਸ ਕਰਕੇ ਆਪਣਾ ਰੂਪ ਸਰੂਪ ਸਰਗੁਣ ਬਣਾ ਕੇ, ਸਾਕਾਰ ਬਣਾ ਕੇ ਤੁਹਾਨੂੰ ਸਾਨੂੰ ਇੱਕ ਰਸਤਾ ਦੇਣਾ ਹੁੰਦਾ। ਤੋ ਅੱਜ ਦਾ ਮਜ਼ਮੂਨ ਇਹ ਕਹਿ ਰਿਹਾ ਸੀ ਕਿ ਗੁਰੂ ਬਿਨ ਗਿਆਨ ਕਹਾਂ ਸੇ ਪਾਉ। ਗੁਰੂ ਤੋਂ ਬਗੈਰ ਨਾ ਗਿਆਨ ਮਿਲਦਾ, ਨਾ ਚਾਬੀ ਮਿਲਦੀ, ਨਾ ਗੁਰੂ ਘਰ ਮਿਲਦਾ, ਨਾ ਆਤਮਾ ਨੂੰ ਵਿਸ਼ਰਾਮ ਮਿਲਦਾ, ਨਾ ਆਤਮਾ ਨੂੰ ਉਹਦਾ ਮਾਲਕ ਮਿਲਦਾ। ਕਿਉਂਕਿ ਕਿੱਥੋਂ ਆਈ ਸੀ ਉਹਨੇ ਕਿੱਥੇ ਜਾਣਾ, ਕਿਸ ਥਾਂ ਤੋਂ ਨਿਕਲੀ ਸੀ ਉਹਨੇ ਕਿੱਥੇ ਪਹੁੰਚਣਾ। ਤੋ ਇਹਨਾਂ ਨੇ ਗੱਲ ਦਸ਼ਮੇਸ਼ ਤੋਂ ਸ਼ੁਰੂ ਕੀਤੀ ਸੀ। ਦਸ਼ਮੇਸ਼ ਦਾ ਮਤਲਬ ਕਿ ਜਿਹੜਾ 10ਵੇਂ ਦੁਆਰ ਦਾ ਮਾਲਿਕ ਹੈ, 10ਵੇਂ ਦੁਆਰ ਦਾ ਜਿਹੜਾ ਮਾਲਿਕ ਹੈ ਦਸ਼ਮੇਸ਼, ਕੌਣ ਸਾਡਾ ਮੁਰਸ਼ਦ, ਕੌਣ ਸਾਡਾ ਰੱਬ, ਉਹ ਇਹਨਾਂ ਮੰਜ਼ਿਲਾਂ ਤੋਂ ਹਟਾ ਕੇ ਪੈਰਾਂ ਦੀ ਤਲੀਆਂ ਤੋਂ ਲੈ ਕੇ ਦੋਨਾਂ ਅੱਖਾਂ ਤੱਕ ਜਿਹੜੀਆਂ ਨੇ, ਇਹ ਤੋਂ ਉੱਪਰ ਜਿਹੜਾ 10ਵਾਂ ਦੁਆਰ ਸ਼ੁਰੂ ਹੁੰਦਾ ਹੈ, ਜਿੱਥੇ ਆਤਮਾ ਤੇ ਪਰਮਾਤਮਾ ਦਾ ਵਿਸਾਲ ਹੋਣਾ ਹੈ, ਉੱਥੋਂ ਤੱਕ ਲੈ ਕਰਕੇ ਜਾਂਦਾ ਹੈ। ਫਿਰ ਜਦੋਂ ਮਿਲਾਪ ਹੁੰਦਾ ਹੈ, ਫਿਰ ਭਗਤ ਕਬੀਰ ਸਾਹਿਬ ਫਰਮਾਉਂਦੇ ਹਨ, ਕਉ ਕਬੀਰ ਮੇਰੀ ਸ਼ੰਕਾ ਨਾਠੀ ਸਰਬ ਨਿਰੰਜਨ। ਤੋਂ ਬਾਕੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰਨੇ ਸਰਬਤ ਦਾ ਭਲਾ।